ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ ਕਰੰਟ ਅਫੇਅਰਸ ਦਾ ਪਾਰਟ 17 ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ ਪੰਜਾਬ ਲੈਵਲ ਅਤੇ ਇੰਡੀਆ ਲੈਵਲ ਦੇ ਪੇਪਰਾਂ ਦੇ ਨਾਲ ਜਿੰਨੇ ਵੀ ਰਿਲੇਟਡ ਕਰੰਟ ਅਫੇਅਰਸ ਨੇ ਉਹ ਡਿਸਕਸ ਕਰਾਂਗੇ। ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ, ਇੱਕ ਵੀ ਫੈਕਟ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੇ ਕਰੰਟ ਅਫੇਅਰਸ ਦੇ 16 ਪਾਰਟ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ ਕਰੰਟ ਅਫੇਅਰਸ ਡਿਸਕਸ ਕੀਤੇ ਨੇ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਪਲੇਲਿਸਟ ਦੇ ਵਿੱਚ ਜਾਓ, ਉੱਥੇ ਤੁਹਾਨੂੰ ਆਲ ਸਬਜੈਕਟਸ ਦੀਆਂ ਵੀਡੀਓਜ਼ ਸੀਰੀਜ਼ ਵਾਈਜ਼ ਲੱਗੀਆਂ ਮਿਲ ਜਾਣਗੀਆਂ, ਜਾ ਕੇ ਦੇਖ ਸਕਦੇ ਹੋ ਅਤੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਸ ਸੈਸ਼ਨ ਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ ਕਰੰਟ ਅਫੇਅਰਸ ਡਿਸਕਸ ਕਰਨ ਜਾ ਰਹੇ ਹਾਂ। ਤਾਂ ਸੈਸ਼ਨ ਨੂੰ ਐਂਡ ਤੱਕ ਜ਼ਰੂਰ ਅਟੈਂਡ ਕਰਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕਰੰਟ ਅਫੇਅਰ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੀ ਪਹਿਲੀ ਸਲਾਈਡ ਦੇ ਨਾਲ। ਪਹਿਲੀ ਸਲਾਈਡ ਦੇ ਵਿੱਚ ਸਭ ਤੋਂ ਜਿਹੜਾ ਪਹਿਲਾ ਫੈਕਟ ਹੈ ਉਹ ਇਹ ਹੈ ਕਿ PM ਮੋਦੀ ਇਨੋਗ੍ਰੇਟਰ ਦੀ ਗਲੋਬਲ ਮਿਲਟਸ ਕਾਨਫਰੰਸ ਇਨ ਨਿਊ ਦਿੱਲੀ। ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੁਆਰਾ ਇੱਕ ਗਲੋਬਲ ਮਿਲਟਸ ਕਾਨਫਰੰਸ ਹੈਲਡ ਕੀਤੀ ਗਈ ਹੈ ਨਵੀਂ ਦਿੱਲੀ ਦੇ ਵਿੱਚ, ਨਿਊ ਦਿੱਲੀ ਦੇ ਵਿੱਚ। ਠੀਕ ਹੈ ਜੀ, ਇਹ ਤੁਹਾਨੂੰ ਜਗ੍ਹਾ ਪੁੱਛੀ ਜਾਊਗੀ ਕਿੱਥੇ ਹੈਲਡ ਕੀਤੀ ਗਈ ਹੈ, ਤਾਂ ਇਹ ਕੀਤੀ ਗਈ ਹੈ ਨਵੀਂ ਦਿੱਲੀ ਦੇ ਵਿੱਚ। ਠੀਕ ਹੈ ਜੀ, ਤਾਂ ਇਹ ਜਿਹੜੀ ਗਲੋਬਲ ਮਿਲਟਸ ਜਿਹੜੀ ਕਾਨਫਰੰਸ ਹੈ ਇਹ ਆਪਣੇ ਫੂਡ ਦੇ ਨਾਲ ਰਿਲੇਟਡ ਹੈ, ਕਿ ਜਿਹੜਾ ਆਉਣ ਵਾਲਾ ਆਪਣਾ ਫੂਡ ਹੈਗਾ, ਮਤਲਬ ਜਿਹੜਾ ਆਪਾਂ ਪ੍ਰੋਵਾਈਡ ਕੀਤਾ ਜਾਵੇ ਤਾਂ ਉਹ ਫੁੱਲ ਆਫ ਨਿਊਟ੍ਰੀਸ਼ਨਸ ਹੋਣਾ ਚਾਹੀਦਾ। ਨਿਊਟ੍ਰੀਸ਼ਨ ਦੇ ਨਾਲ, ਫੂਡ ਦੇ ਨਾਲ ਰਿਲੇਟਡ ਜਿਹੜੀ ਇਹ ਕਾਨਫਰੰਸ ਹੈਲਡ ਕੀਤੀ ਗਈ ਹੈ PM ਮੋਦੀ ਦੇ ਦੁਆਰਾ ਨਿਊ ਦਿੱਲੀ ਦੇ ਵਿੱਚ। ਅਤੇ ਜਗ੍ਹਾ ਤੁਹਾਨੂੰ ਪੁੱਛੀ ਜਾਊਗੀ, ਨਿਊ ਦਿੱਲੀ ਦੇ ਵਿੱਚ ਇਹ ਹੈਲਡ ਕੀਤੀ ਗਈ ਹੈ PM ਮੋਦੀ ਦੇ ਦੁਆਰਾ। ਤਾਂ 2023 ਦਾ ਇਹ ਰੀਸੈਂਟਲੀ ਬਹੁਤ ਇੰਪੋਰਟੈਂਟ ਫੈਕਟ ਜਿਹੜਾ ਤੁਹਾਡੇ ਲਈ ਇਹ ਬਣ ਜਾਂਦਾ। ਠੀਕ ਹੈ ਜੀ, ਤਾਂ ਅਗਲਾ ਜਿਹੜਾ ਆਪਣਾ ਫੈਕਟ ਹੈ, ਵਿਚ ਸਟੇਟ ਇਜ਼ ਦੀ ਲੋਐਸਟ ਲਿਟਰੇਸੀ ਰੇਟ ਅਕੋਰਡਿੰਗ ਟੂ ਐਜੂਕੇਸ਼ਨ ਮਿਨਿਸਟਰੀ। ਤਾਂ ਸਭ ਤੋਂ ਘੱਟ ਪੜ੍ਹਿਆ ਲਿਖਿਆ ਸਟੇਟ ਆਪਾਂ ਕਹਿ ਸਕਦੇ ਹਾਂ ਕਿ ਜਿੱਥੇ ਸਭ ਤੋਂ ਘੱਟ ਲਿਟਰੇਸੀ ਰੇਟ ਆ, ਜਿੱਥੋਂ ਦੇ ਲੋਕ ਸਭ ਤੋਂ ਘੱਟ ਪੜ੍ਹੇ ਲਿਖੇ ਆ। ਤਾਂ ਲੋਐਸਟ ਲਿਟਰੇਸੀ ਜਿਹੜਾ ਰੇਟ ਹੈ ਅਕੋਰਡਿੰਗ ਟੂ ਐਜੂਕੇਸ਼ਨ ਮਿਨਿਸਟਰੀ, ਜਿਹੜੀ ਆਪਣੀ ਸਿੱਖਿਆ ਨੀਤੀ ਹੈ, ਸਿੱਖਿਆ ਦੀ ਜਿਹੜੀ ਮਿਨਿਸਟਰੀ ਹੈ ਆਪਣੀ, ਇਹਦੇ ਦੁਆਰਾ। ਠੀਕ ਹੈ ਜੀ, ਤਾਂ ਉਹ ਹੈਗਾ ਆਪਣਾ ਬਿਹਾਰ। ਬਿਹਾਰ ਦੇ ਵਿੱਚ ਸਭ ਤੋਂ ਘੱਟ ਪੜ੍ਹੇ ਲਿਖੇ ਲੋਕ ਪਾਏ ਜਾਂਦੇ ਨੇ। ਤਾਂ ਐਜੂਕੇਸ਼ਨ ਮਿਨਿਸਟਰੀ ਦੀ ਇੱਕ ਰਿਪੋਰਟ ਜਾਰੀ ਕੀਤੀ ਗਈ, ਇਹਦੇ ਵਿੱਚ ਇਹ ਦੱਸਿਆ ਗਿਆ। ਤਾਂ ਇਹਦਾ ਲਿਟਰੇਸੀ ਰੇਟ ਕਈ ਵਾਰੀ ਤੁਹਾਨੂੰ ਪੁੱਛ ਲੈਂਦੇ ਨੇ ਕਿ ਕਿੰਨਾ ਹੈਗਾ, ਤਾਂ ਇਹ ਹੈਗਾ 61.8%। ਠੀਕ ਹੈ ਜੀ, ਤਾਂ 61.8% ਜਿਹੜਾ ਇਹਦਾ ਲਿਟਰੇਸੀ ਰੇਟ ਹੈ ਤਾਂ ਐਜੂਕੇਸ਼ਨ ਮਿਨਿਸਟਰੀ ਦੇ ਅਕੋਰਡਿੰਗ। ਤਾਂ ਜੇ ਤੁਹਾਨੂੰ ਹਾਈਐਸਟ ਪੁੱਛਿਆ ਜਾਵੇ ਕਿ ਹਾਈਐਸਟ ਕਿਹਦਾ, ਤਾਂ ਉਹ ਹੈ ਆਪਣਾ ਕੇਰਲਾ ਸਟੇਟ। ਕੇਰਲਾ ਸਟੇਟ ਦਾ ਸਭ ਤੋਂ ਹਾਈਐਸਟ ਲਿਟਰੇਸੀ ਰੇਟ ਹੈ। ਠੀਕ ਹੈ ਜੀ, ਕਿੰਨਾ ਇਹਦਾ ਲਿਟਰੇਸੀ ਰੇਟ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਉਹ ਹੈਗਾ 94%, 94% ਇਹਦਾ ਜਿਹੜਾ ਲਿਟਰੇਸੀ ਰੇਟ ਹੈ ਕੇਰਲਾ ਦਾ। ਸਭ ਤੋਂ ਵੱਧ ਜਿਹੜਾ ਪੜ੍ਹਿਆ ਲਿਖਿਆ ਸਟੇਟ ਇਹ ਮੰਨਿਆ ਜਾਂਦਾ ਅਤੇ ਸਭ ਤੋਂ ਘੱਟ ਪੜ੍ਹਿਆ ਲਿਖਿਆ ਐਜੂਕੇਸ਼ਨ ਮਿਨਿਸਟਰੀ ਦੇ ਦੁਆਰਾ ਮੰਨਿਆ ਜਾਂਦਾ ਬਿਹਾਰ ਨੂੰ। ਠੀਕ ਹੈ ਜੀ, ਤਾਂ ਇਹ ਤੁਸੀਂ ਯਾਦ ਰੱਖਣਾ। ਦੋਨੋਂ ਫੈਕਟ ਤੁਹਾਡੇ ਬਹੁਤ ਇੰਪੋਰਟੈਂਟ ਹੈ, ਤੁਹਾਡੇ ਲਈ ਬਣ ਜਾਂਦੇ ਨੇ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਵਿਚ ਏਅਰਪੋਰਟ ਇਜ਼ ਦੀ ਬੈਸਟ ਏਅਰਪੋਰਟ ਇਨ ਸਾਊਥ ਏਸ਼ੀਆ ਅਕੋਰਡਿੰਗ ਟੂ ਸਕਾਈਟਰੈਕਸ। ਠੀਕ ਹੈ ਜੀ, ਤਾਂ ਸਕਾਈਟਰੈਕਸ ਇੱਕ ਕੰਪਨੀ ਹੈ, ਤਾਂ ਇਹਦੇ ਦੁਆਰਾ ਇੱਕ ਮਤਲਬ ਇੱਕ ਰੈਂਕਿੰਗ ਜਾਰੀ ਕੀਤੀ ਗਈ ਹੈ। ਤਾਂ ਸਭ ਤੋਂ ਬੈਸਟ ਜਿਹੜਾ ਏਅਰਪੋਰਟ ਮੰਨਿਆ ਗਿਆ ਹੈਗਾ ਆਪਣੇ ਇੰਡੀਆ ਦਾ, ਤਾਂ ਉਹ ਮੰਨਿਆ ਗਿਆ ਹੈਗਾ ਇੰਦਰਾ ਗਾਂਧੀ ਜਿਹੜਾ ਏਅਰਪੋਰਟ ਹੈ ਨਿਊ ਦਿੱਲੀ ਦੇ ਵਿੱਚ। ਜਿਹੜਾ ਦਿੱਲੀ ਦੇ ਵਿੱਚ ਇੰਦਰਾ ਗਾਂਧੀ ਏਅਰਪੋਰਟ ਹੈ, ਤਾਂ ਇਹਨੂੰ ਮਤਲਬ ਸਭ ਤੋਂ ਬੈਸਟ ਏਅਰਪੋਰਟ ਇਹ ਮੰਨਿਆ ਗਿਆ ਸਕਾਈਟਰੈਕਸ ਦੁਆਰਾ। ਠੀਕ ਹੈ ਜੀ, ਤਾਂ ਜੇਕਰ ਤੁਹਾਨੂੰ ਵਰਲਡ ਦੇ ਵਿੱਚ ਪੁੱਛਿਆ ਜਾਵੇ ਕਿ ਵਰਲਡ ਦੇ ਵਿੱਚ ਸਭ ਤੋਂ ਬੈਸਟ ਏਅਰਪੋਰਟ ਕਿਹੜਾ ਹੈ, ਤਾਂ ਉਹ ਹੈਗਾ ਚਾਂਗੀ ਏਅਰਪੋਰਟ ਸਿੰਗਾਪੁਰ ਦੇ ਵਿੱਚ। ਠੀਕ ਹੈ ਜੀ, ਚਾਂਗੀ ਏਅਰਪੋਰਟ ਹੈ ਸਿੰਗਾਪੁਰ ਦੇ ਵਿੱਚ, ਤਾਂ ਇਹ ਵਰਲਡ ਦਾ ਸਭ ਤੋਂ ਬੈਸਟ ਏਅਰਪੋਰਟ ਮੰਨਿਆ ਗਿਆ। ਠੀਕ ਹੈ ਜੀ, ਤਾਂ ਸਕਾਈਟਰੈਕਸ ਦੇ ਦੁਆਰਾ ਇੰਦਰਾ ਗਾਂਧੀ ਏਅਰਪੋਰਟ ਦਿੱਲੀ। ਠੀਕ ਹੈ ਜੀ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਇਹ ਫੈਕਟ ਤੁਹਾਨੂੰ ਪੁੱਛਿਆ ਜਾ ਸਕਦਾ। ਅਗਲੇ ਜਿਹੜੇ ਆਪਣੇ ਯੂਨੀਅਨ ਮਿਨਿਸਟਰ ਨੇਗੇ ਨਰਿੰਦਰ ਸਿੰਘ ਤੋਮਰ। ਠੀਕ ਹੈ ਜੀ, ਇਹਨਾਂ ਨੇ ਇਨੋਗ੍ਰੇਟਡ ਕੀਤਾ ਹੈਗਾ ਐਗਰੀ ਯੂਨੀਫੈਸਟ। ਠੀਕ ਹੈ ਜੀ, ਐਗਰੀ ਯਾਨੀ ਕਿ ਖੇਤੀਬਾੜੀ ਦੇ ਨਾਲ, ਐਗਰੀਕਲਚਰ ਦੇ ਨਾਲ ਸੰਬੰਧਿਤ ਇੱਕ ਫੈਸਟੀਵਲ ਮਤਲਬ ਇਨੋਗ੍ਰੇਟ ਕੀਤਾ ਹੈਗਾ। ਕਿੱਥੇ ਕੀਤਾ ਇਹ ਪੁੱਛਿਆ ਜਾਊ ਤੁਹਾਨੂੰ, ਤਾਂ ਕਿਹੜੀ ਸਿਟੀ ਦੇ ਵਿੱਚ ਕੀਤਾ ਇੰਡੀਆ ਦੇ ਵਿੱਚ, ਤਾਂ ਉਹ ਕੀਤਾ ਬੈਂਗਲੁਰੂ ਦੇ ਵਿੱਚ। ਠੀਕ ਹੈ ਜੀ, ਤਾਂ ਬੈਂਗਲੁਰੂ ਦੇ ਵਿੱਚ ਇਹ ਕੀਤਾ ਹੈਗਾ ਐਗਰੀ ਯੂਨੀਫੈਸਟ। ਠੀਕ ਹੈ ਜੀ, ਤਾਂ ਇਹ ਵੀ ਆਪਣੇ ਐਗਰੀਕਲਚਰ ਦੇ ਨਾਲ ਰਿਲੇਟਡ ਜਿਹੜੇ ਮਿਨਿਸਟਰ ਨੇਗੇ ਨਰਿੰਦਰ ਸਿੰਘ ਤੋਮਰ, ਯੂਨੀਅਨ ਮਿਨਿਸਟਰ ਨੇ ਆਪਣੇ, ਤਾਂ ਇਹਨਾਂ ਨੇ ਇਹ ਇਨੋਗ੍ਰੇਟਡ ਕੀਤਾ ਐਗਰੀ ਯੂਨੀਫੈਸਟ। ਤਾਂ ਇਹ ਤੁਹਾਨੂੰ ਪੁੱਛਿਆ ਜਾਊਗਾ, ਬਹੁਤ ਇੰਪੋਰਟੈਂਟ ਇਹ ਤੁਹਾਡੇ ਲਈ ਬਣ ਜਾਂਦਾ। ਅਗਲਾ ਜਿਹੜਾ ਆਪਣਾ ਫੈਕਟ ਹੈ, ਇੰਡੀਅਨ ਰੇਲਵੇ ਬਿਕਮ ਨੈਟ ਜ਼ੀਰੋ ਕਾਰਬਨ ਇਮਿਟਰ ਬਾਏ ਵਿਚ ਈਅਰ। ਮਤਲਬ ਕਾਰਬਨ ਦੀ ਇਮਿਟਿੰਗ, ਜਿਹੜੀ ਕਾਰਬਨ ਦੀ ਮਤਲਬ ਆਪਾਂ ਕਹਿ ਸਕਦੇ ਹਾਂ ਖਪਤ ਹੈ, ਤਾਂ ਉਹ ਬਿਲਕੁਲ ਖਤਮ ਕਰ ਦਿੱਤੀ ਜਾਊਗੀ ਕਦੋਂ ਤੱਕ,
ਤਾਂ ਇਹ 2030 ਤੱਕ ਇਹਨਾਂ ਨੇ ਆਪਣਾ ਟਾਰਗੇਟ ਰੱਖਿਆ ਹੋਇਆ ਇੰਡੀਅਨ ਰੇਲਵੇ ਨੇ, ਠੀਕ ਹੈ ਜੀ। ਤਾਂ ਇਸ ਤੋਂ ਬਾਅਦ ਕਈ ਵਾਰ ਤੁਹਾਨੂੰ ਇਹ ਪੁੱਛ ਲੈਂਦੇ ਨੇ ਕਿ ਜਿਹੜਾ ਇੰਡੀਅਨ ਰੇਲਵੇ ਹੈ 100% ਬਿਜਲੀ 'ਤੇ ਚੱਲਣ ਵਾਲਾ ਕਦੋਂ ਬਣ ਜੂਗਾ, ਤਾਂ ਇਹ ਬਣ ਜੂਗਾ 2024 ਦੇ ਵਿੱਚ। 2024 ਦੇ ਵਿੱਚ ਆਪਾਂ ਦੇਖਾਂਗੇ ਕਿ ਜਿਹੜਾ ਇੰਡੀਅਨ ਰੇਲਵੇ ਹੈ ਇਹ ਬਿਲਕੁਲ ਸਿਰਫ ਬਿਜਲੀ ਦੇ ਉੱਤੇ ਚੱਲਣ ਵਾਲਾ ਰੇਲਵੇ ਬਣ ਜੂ, ਠੀਕ ਹੈ ਜੀ। ਤਾਂ ਕਰਕੇ ਜਿਹੜੀ ਕਾਰਬਨ ਐਮਿਟਿੰਗ ਇਹ ਡੇ ਬਾਏ ਡੇ ਇਹ ਬਹੁਤ ਘਟਾ ਰਹੇ ਨੇ, ਠੀਕ ਹੈ ਜੀ। ਤਾਂ ਇਹ ਤੁਸੀਂ ਯਾਦ ਰੱਖਣਾ। ਤਾਂ 2030 ਤੱਕ ਇਹਨਾਂ ਦਾ ਕਾਰਬਨ ਐਮਿਟਿੰਗ ਦਾ ਨੈਟ ਜ਼ੀਰੋ ਦਾ ਇਹਨਾਂ ਨੇ ਟਾਰਗੇਟ ਰੱਖਿਆ, ਅਤੇ 100% ਜਿਹੜਾ ਇਲੈਕਟ੍ਰੀਸਿਟੀ 'ਤੇ ਆਪਣਾ ਰੇਲਵੇ ਹੋ ਜੂਗਾ 2024 ਦੇ ਵਿੱਚ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲਾ ਜਿਹੜਾ ਆਪਣਾ ਫੈਕਟ ਹੈ, ਹੂ ਹੈਜ਼ ਬੀਨ ਰੀ ਇਲੈਕਟਡ ਐਜ਼ ਦੀ ਪ੍ਰੈਜ਼ੀਡੈਂਟ ਆਫ ਫੀਫਾ। ਜਿਹੜਾ ਆਪਣਾ ਫੀਫਾ ਫੁੱਟਬਾਲ ਦੇ ਨਾਲ ਰਿਲੇਟਡ ਵਰਲਡ ਕੱਪ ਹੁੰਦਾ ਹੈਗਾ, ਤਾਂ ਇਹਦੇ ਜਿਹੜੇ ਰੀ ਇਲੈਕਟਡ ਮਤਲਬ ਦੁਬਾਰਾ ਇਹਦੇ ਇੱਕ ਵਾਰ ਫਿਰ ਤੋਂ ਇਹ ਪ੍ਰੈਜ਼ੀਡੈਂਟ ਬਣ ਗਏ ਨੇ। ਤਾਂ ਇਹਨਾਂ ਦਾ ਕੀ ਨਾਮ ਹੈ? ਗੈਲਨਲ ਇਨਫੈਂਟੀਨੋ, ਠੀਕ ਹੈ ਜੀ। ਗੈਲਨਲ ਇਨਫੈਂਟੀਨੋ ਇਹਨਾਂ ਦਾ ਨਾਮ ਹੈਗਾ। ਤਾਂ ਇਹ ਰੀ ਇਲੈਕਟਡ ਹੋ ਗਏ ਦੁਬਾਰਾ ਤੋਂ, ਫਿਰ ਇਹ ਇੱਕ ਵਾਰ ਪ੍ਰੈਜ਼ੀਡੈਂਟ ਬਣ ਗਏ ਨੇ ਫੀਫਾ ਦੇ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ ਜੀ, ਤੁਹਾਨੂੰ ਪੁੱਛਿਆ ਜਾ ਸਕਦਾ। ਅਗਲਾ ਜਿਹੜਾ ਆਪਣਾ ਫੈਕਟ ਹੈ, ਵਰਲਡ ਮੈਟਰੋਲੋਜੀਕਲ ਡੇ ਯਾਨੀ ਕਿ ਵੈਦਰ ਸਾਇੰਸ ਡੇ, ਠੀਕ ਹੈ ਜੀ। ਆਪਾਂ ਕਹਿ ਸਕਦੇ ਹਾਂ ਕਿ ਮੌਸਮ ਵਿਗਿਆਨ ਦਿਵਸ ਜਿਹੜਾ ਮਨਾਇਆ ਜਾਂਦਾ ਹੈ, ਮੈਟਰੋਲੋਜੀਕਲ ਡੇ ਇਹਨੂੰ ਕਿਹਾ ਜਾਂਦਾ ਹੈ। ਤਾਂ ਇਹ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ? ਹਰ ਸਾਲ ਇਹ ਕੀਤਾ ਜਾਂਦਾ 23 ਮਾਰਚ ਨੂੰ। 23 ਮਾਰਚ ਨੂੰ ਇਹ ਆਪਾਂ ਕਹਿ ਸਕਦੇ ਹਾਂ ਕਿ ਸੈਲੀਬ੍ਰੇਟ ਕੀਤਾ ਜਾਂਦਾ। ਤਾਂ ਇਸ ਵਾਰ ਵੀ ਇਹ ਆਪਣਾ 2023 ਦੇ ਵਿੱਚ ਸੈਲੀਬ੍ਰੇਟ ਕੀਤਾ ਗਿਆ। ਤਾਂ ਇਹਦਾ ਥੀਮ ਤੁਹਾਨੂੰ ਪੁੱਛ ਸਕਦੇ ਆ। ਤਾਂ ਥੀਮ ਹੈ ਇਹਦਾ ਦੀ ਫਿਊਚਰ ਆਫ ਵੈਦਰ, ਕਲਾਈਮੇਟ ਐਂਡ ਵਾਟਰ ਅਕਰੋਸ ਜਨਰੇਸ਼ਨਸ, ਠੀਕ ਹੈ ਜੀ। ਦਾ ਫਿਊਚਰ ਆਫ ਵੈਦਰ, ਕਲਾਈਮੇਟ ਐਂਡ ਵਾਟਰ ਅਕਰੋਸ ਦੀ ਜਨਰੇਸ਼ਨ। ਤਾਂ ਫਿਊਚਰ ਦੇ ਬਾਰੇ ਗੱਲ ਕੀਤੀ ਗਈ ਹੈ, ਜਿਹੜਾ ਆਪਣਾ ਮੌਸਮ ਹੈ ਇਹਦੇ ਬਾਰੇ, ਠੀਕ ਹੈ ਜੀ। ਤਾਂ ਇਹ ਤੁਸੀਂ ਥੀਮ ਜ਼ਰੂਰ ਯਾਦ ਰੱਖਣਾ। ਥੀਮ 'ਤੇ ਮੈਂ ਵਾਰ-ਵਾਰ ਤੁਹਾਨੂੰ ਰਿਕਮੈਂਡ ਕਰਦਾ ਕਿ ਥੀਮ ਤਾਂ ਤੁਹਾਨੂੰ ਇਹਦਾ ਪੁੱਛਿਆ ਹੀ ਜਾਊਗਾ, ਬਹੁਤ ਇੰਪੋਰਟੈਂਟ ਤੁਹਾਡੇ ਲਈ ਬਣ ਜਾਂਦਾ। ਤਾਂ ਥੀਮ ਤੁਸੀਂ ਜ਼ਰੂਰ ਯਾਦ ਰੱਖਣਾ। ਤਾਂ ਜਿੰਨੇ ਵੀ ਇਹ ਕਰੰਟ ਅਫੇਅਰਸ ਨੇ, ਕਾਪੀ ਪੈਨ ਆਪਣਾ ਨਾਲ ਰੱਖੋ, ਨਾਲ ਦੀ ਨਾਲ ਹੀ ਤੁਸੀਂ ਨੋਟ ਕਰੋ ਅਤੇ ਇਹਨੂੰ ਵਾਰ-ਵਾਰ ਰਿਵਾਈਜ਼ ਕਰੋ, ਕਿਉਂਕਿ ਇਹੀ ਸੇਮ ਕਰੰਟ ਅਫੇਅਰਸ ਤੁਹਾਨੂੰ ਸਾਰੇ ਪੇਪਰਾਂ ਦੇ ਵਿੱਚ ਦੇਖਣ ਨੂੰ ਮਿਲਣਗੇ, ਠੀਕ ਹੈ ਜੀ। ਤਾਂ ਤੁਸੀਂ ਕਿਤੋਂ ਵੀ ਚੈੱਕ ਕਰ ਸਕਦੇ ਹੋ ਆਪਣੇ ਕਰੰਟ ਅਫੇਅਰਸ। ਤਾਂ ਇਹ ਤੁਹਾਨੂੰ ਆਉਣ ਵਾਲੇ ਤੁਹਾਡੇ ਜਿੰਨੇ ਵੀ ਪੇਪਰ ਨੇ ਉਹਨਾਂ ਦੇ ਵਿੱਚ ਇਹੋ ਕਰੰਟ ਅਫੇਅਰ ਤੁਹਾਨੂੰ ਦੇਖਣ ਨੂੰ ਮਿਲਣਗੇ, ਠੀਕ ਹੈ ਜੀ। ਤਾਂ ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਵੈਨ ਇਜ਼ ਦੀ ਇੰਟਰਨੈਸ਼ਨਲ ਡੇ ਆਫ ਫੋਰੈਸਟਸ। ਜੰਗਲੀ ਦਿਵਸ ਆਪਾਂ ਕਹਿ ਸਕਦੇ ਹਾਂ ਕਿ ਕਦੋਂ ਮਨਾਇਆ ਜਾਂਦਾ ਹੈ। ਤਾਂ ਇਹ ਮਨਾਇਆ ਜਾਂਦਾ 21 ਮਾਰਚ ਨੂੰ ਹਰ ਸਾਲ। ਤਾਂ ਥੀਮ ਕੀ ਰਿਹਾ ਇਹਦਾ 2023 ਦਾ? ਇਹ ਰਹੇਗਾ ਫੋਰੈਸਟਸ ਐਂਡ ਹੈਲਥ। ਫੋਰੈਸਟਸ ਐਂਡ ਹੈਲਥ ਇਹਦਾ ਥੀਮ ਹੈ, ਜਿਹੜਾ ਆਪਣਾ 2023 ਦੇ ਵਿੱਚ ਇਹ ਮਨਾਇਆ ਗਿਆ 21 ਮਾਰਚ ਨੂੰ, ਠੀਕ ਹੈ ਜੀ। ਤਾਂ ਫੋਰੈਸਟਸ ਐਂਡ ਹੈਲਥ ਇਹ ਤੁਸੀਂ ਯਾਦ ਰੱਖਿਓ, ਬਹੁਤ ਇੰਪੋਰਟੈਂਟ ਤੁਹਾਡੇ ਲਈ ਇਹ ਬਣ ਜਾਂਦਾ ਇੰਟਰਨੈਸ਼ਨਲ ਡੇ ਆਫ ਫੋਰੈਸਟਸ। ਅਗਲਾ ਜਿਹੜਾ ਆਪਣਾ ਫੈਕਟ ਹੈ, ਏਸ਼ੀਆਜ਼ ਲਾਰਜੈਸਟ ਕੰਪਰੈਸਡ ਬਾਇਓਗੈਸ ਪਲਾਂਟ ਕਿੱਥੇ ਲੱਗਿਆ? ਤਾਂ ਇਹ ਲੱਗਿਆ ਆਪਣੇ ਪੰਜਾਬ ਦੇ ਵਿੱਚ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਤੁਹਾਡੇ ਲਈ ਇਹ ਬਣ ਜਾਂਦਾ। ਤਾਂ ਏਸ਼ੀਆ ਦਾ ਜਿਹੜਾ ਲਾਰਜੈਸਟ ਕੰਪਰੈਸਡ ਬਾਇਓਗੈਸ ਪਲਾਂਟ ਜਿਹੜਾ ਲੱਗਿਆ ਉਹ ਲੱਗਿਆ ਹੈਗਾ ਪੰਜਾਬ ਦੇ ਵਿੱਚ। ਇਹ ਤੁਹਾਨੂੰ ਪੁੱਛਿਆ ਜਾਊ। ਅਗਲਾ ਜਿਹੜਾ ਆਪਣਾ ਫੈਕਟ ਹੈ, ਏਸ਼ੀਆਜ਼ ਲਾਰਜੈਸਟ ਬਾਇਓ CNG ਪਲਾਂਟ ਕਿੱਥੇ ਲੱਗਿਆ? ਤਾਂ ਉਹ ਲੱਗਿਆ ਇੰਦੌਰ ਦੇ ਵਿੱਚ। ਇੰਦੌਰ ਕਿੱਥੇ ਹੈ? MP ਦੇ ਵਿੱਚ, ਠੀਕ ਹੈ ਜੀ। ਤਾਂ ਇੰਦੌਰ MP ਦੇ ਵਿੱਚ ਜਿਹੜਾ ਇਹ ਬਾਇਓ CNG ਪਲਾਂਟ ਲੱਗਿਆ। ਅਤੇ ਇਹ ਜਿਹੜਾ ਬਾਇਓਗੈਸ ਪਲਾਂਟ ਲੱਗਿਆ ਪੰਜਾਬ ਦੇ ਵਿੱਚ, ਇਹ ਤੁਸੀਂ ਇੱਕ ਵਾਰ ਦੇਖ ਲਿਓ, ਸਰਚ ਕਰ ਲਿਓ, ਠੀਕ ਹੈ ਜੀ, ਕਿ ਪੰਜਾਬ ਦੇ ਵਿੱਚ ਕਿਹੜੇ ਸ਼ਹਿਰ ਦੇ ਵਿੱਚ ਲੱਗਿਆ। ਮੈਂ ਇੱਥੇ ਮੈਂਸ਼ਨ ਕਰਨਾ ਉਹ ਮੇਰੇ ਮਾਈਂਡ 'ਚੋਂ ਸਕਿਪ ਹੋ ਗਿਆ, ਠੀਕ ਹੈ। ਨਹੀਂ ਮੈਂ ਇੱਥੇ ਮੈਂਸ਼ਨ ਵੀ ਕਰਨਾ ਸੀ। ਤਾਂ ਕੰਪਰੈਸਡ ਬਾਇਓਗੈਸ ਜਿਹੜਾ ਪੰਜਾਬ ਦੇ ਵਿੱਚ ਲੱਗਿਆ ਉਹ ਤੁਸੀਂ ਸਰਚ ਮਾਰ ਕੇ ਜ਼ਰੂਰ ਦੇਖਿਓ ਕਿ ਕਿਹੜੇ ਸ਼ਹਿਰ ਦੇ ਵਿੱਚ ਲੱਗਿਆ। ਤਾਂ ਜਿਹੜਾ ਇਹ CNG ਪਲਾਂਟ ਲੱਗਿਆ, ਬਾਇਓ CNG ਪਲਾਂਟ ਲੱਗਿਆ, ਤਾਂ ਇਹ ਲੱਗਿਆ ਏਸ਼ੀਆ ਦਾ ਲਾਰਜੈਸਟ ਹੈ ਇਹ। ਤਾਂ ਇਹ ਲੱਗਿਆ ਇੰਦੌਰ ਮੱਧ ਪ੍ਰਦੇਸ਼ ਦੇ ਵਿੱਚ, ਠੀਕ ਹੈ ਜੀ। ਬਾਇਓ CNG ਪਲਾਂਟ ਜਿਹੜਾ ਲੱਗਿਆ ਇੰਦੌਰ ਮੱਧ ਪ੍ਰਦੇਸ਼ ਦੇ ਵਿੱਚ ਇਹ ਪਲਾਂਟ ਲੱਗਿਆ ਗਿਆ, ਠੀਕ ਹੈ ਜੀ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲਾ ਜਿਹੜਾ ਆਪਣਾ ਫੈਕਟ ਹੈ, ਵਿਚ ਟੀਮ ਵਨ ਦੀ ਟਾਈਟਲ ਆਫ 2022-23 ਸੰਤੋਸ਼ ਟਰੋਫੀ। ਸੰਤੋਸ਼ ਟਰੋਫੀ ਕਿਹਦੇ ਨਾਲ ਹੁੰਦੀ ਹੈ ਰਿਲੇਟਡ? ਤਾਂ ਸੰਤੋਸ਼ ਵੀ ਆਪਣੀ ਫੁੱਟਬਾਲ ਦੇ ਨਾਲ ਰਿਲੇਟਡ ਹੈ। ਤਾਂ ਕਿਹਨੇ ਜਿੱਤੀ ਹੈ? ਇਹ ਜਿੱਤੀ ਹੈ ਕਰਨਾਟਕਾ ਨੇ, ਠੀਕ ਹੈ ਜੀ। ਤਾਂ ਕਰਨਾਟਕਾ ਨੇ ਇਹ ਟਰੋਫੀ ਜਿੱਤੀ ਹੈ, ਸੰਤੋਸ਼ ਟਰੋਫੀ। ਇਹ ਤੁਸੀਂ ਯਾਦ ਰੱਖਣਾ 2022-23 ਦੀ। ਅਗਲਾ ਜਿਹੜਾ ਆਪਣਾ ਫੈਕਟ ਹੈ, ਵਿਚ ਸਟੇਟ ਲਾਂਚ ਦੀ ਇੰਸ਼ੋਰੈਂਸ ਸਕੀਮ ਫॉर ਸੀਰੀਕਲਚਰ। ਸੀਰੀਕਲਚਰ ਕੀ ਹੁੰਦਾ? ਜਿਹੜੇ ਆਪਾਂ ਰੇਸ਼ਮ ਦੇ ਕੀੜੇ ਪਾਲਦੇ ਹਾਂ, ਸਿਲਕ ਵਰਮਸ ਦੇ ਵਾਸਤੇ, ਇਹਨਾਂ ਦੇ ਵਾਸਤੇ ਇੱਕ ਇੰਸ਼ੋਰੈਂਸ, ਇੱਕ ਬੀਮਾ ਮਤਲਬ ਜਾਰੀ ਕੀਤਾ ਹੈਗਾ। ਤਾਂ ਕਿਹੜੇ ਸਟੇਟ ਨੇ ਕੀਤਾ? ਤਾਂ ਇਹ ਕੀਤਾ ਉੱਤਰਾਖੰਡ ਨੇ, ਠੀਕ ਹੈ ਜੀ। ਉੱਤਰਾਖੰਡ ਦੇ ਵਿੱਚ ਕਿਉਂਕਿ ਜੰਗਲੀ ਇਲਾਕਾ ਹੈ, ਤਾਂ ਇੱਥੇ ਇਹ ਜ਼ਿਆਦਾਤਰ ਇਹ ਖੇਤੀ ਕੀਤੀ ਜਾਂਦੀ ਹੈ, ਪਾਲੇ ਜਾਂਦੇ ਨੇ ਇਹ ਕੀੜੇ, ਸੀਰੀਕਲਚਰ ਰੇਸ਼ਮ ਦੇ ਕੀੜੇ ਜਿਹਨੂੰ ਆਪਾਂ ਕਹਿੰਦੇ ਹਾਂ। ਤਾਂ ਇਹ ਉੱਤਰਾਖੰਡ ਸਰਕਾਰ ਨੇ, ਉੱਤਰਾਖੰਡ ਦੀ ਸਟੇਟ ਨੇ ਇਹ ਜਿਹੜਾ ਇੰਸ਼ੋਰੈਂਸ ਹੈ ਇਹ ਸਕੀਮ ਇੱਕ ਲੈ ਕੇ ਆਉਂਦੀ ਹੈ ਸੀਰੀਕਲਚਰ ਦੇ ਲਈ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਫੈਕਟ ਇਹ ਤੁਹਾਡੇ ਲਈ ਬਣ ਜਾਂਦਾ। ਅਗਲਾ ਜਿਹੜਾ ਆਪਣਾ ਫੈਕਟ ਹੈ, ਸ਼ਹੀਦ ਡੇ ਇਜ਼ ਸੈਲੀਬ੍ਰੇਟਡ ਐਵਰੀ ਈਅਰ। ਤਾਂ ਸ਼ਹੀਦ ਡੇ ਹਰ ਸਾਲ ਕਦੋਂ ਮਨਾਇਆ ਜਾਂਦਾ? ਤਾਂ 23 ਮਾਰਚ। ਆਪਾਂ ਨੂੰ ਪਤਾ ਕਿ 23 ਮਾਰਚ 1931 ਨੂੰ ਫਾਂਸੀ ਦਿੱਤੀ ਗਈ ਸੀ
ਆਪਣੇ ਜਿਹੜੇ ਇੰਡੀਆ ਦੇ ਮਹਾਨ ਆਪਾਂ ਕਹਿ ਸਕਦੇ ਹਾਂ ਕਿ ਜਿਨ੍ਹਾਂ ਨੇ ਆਪਾਂ ਨੂੰ ਆਜ਼ਾਦੀ ਦਿਵਾਈ ਹੈ, ਆਜ਼ਾਦੀ ਘੁਲਾਟੀਏ, ਠੀਕ ਹੈ ਜੀ। ਤਾਂ ਉਹ ਨੇਗੇ ਆਪਣੇ ਭਗਤ ਸਿੰਘ, ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ। ਤਾਂ ਇਹ ਤਿੰਨੋਂ ਜਿਹੜੇ ਆਪਣੇ ਇੰਡੀਆ ਦੇ ਜਵਾਨ ਸੀਗੇ, ਇਹਨਾਂ ਨੂੰ ਫਾਂਸੀ ਦਿੱਤੀ ਗਈ ਸੀ 23 ਮਾਰਚ 1931 ਨੂੰ, ਠੀਕ ਹੈ ਜੀ। ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਇਹ ਸ਼ਹੀਦ ਡੇ ਦੇ ਤੌਰ 'ਤੇ ਇਹਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ ਹਰ ਸਾਲ। ਤਾਂ 23 ਮਾਰਚ ਨੂੰ ਇਹ ਸੈਲੀਬ੍ਰੇਟ ਕੀਤਾ ਜਾਂਦਾ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲਾ ਜਿਹੜਾ ਆਪਣਾ ਫੈਕਟ ਹੈ, ਹੋਮ ਮਿਨਿਸਟਰੀ ਅਨਾਊਂਸਡ ਵਟ % ਆਫ ਰਿਜ਼ਰਵੇਸ਼ਨ ਫॉर ਅਗਨੀਵੀਰ ਇਨ CISF। ਤਾਂ ਅਗਨੀਵੀਰ ਜਿਹੜੀ ਆਪਣੀ ਆਰਮੀ ਦੇ ਵਿੱਚ ਅਗਨੀਵੀਰ ਦਾ ਨਵਾਂ ਕਨਸੈਪਟ ਚੱਲਿਆ ਆਰਮੀ ਦੀ ਭਰਤੀ ਦਾ, ਠੀਕ ਹੈ ਜੀ, ਅਗਨੀਵੀਰਾਂ ਦਾ। ਤਾਂ ਇਹਨਾਂ ਦਾ CISF ਦੇ ਵਿੱਚ ਵੀ ਰਿਜ਼ਰਵੇਸ਼ਨ ਇਹਨਾਂ ਦੀ ਰੱਖੀ ਗਈ ਹੈ। ਤਾਂ ਕਿੰਨੇ % ਰੱਖੀ ਗਈ ਹੈ? ਉਹ ਰੱਖੀ ਗਈ ਹੈ 10%, ਠੀਕ ਹੈ ਜੀ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਕਿੰਨੀ ਰਿਜ਼ਰਵੇਸ਼ਨ ਅਗਨੀਵੀਰਾਂ ਦੀ CISF ਦੇ ਵਿੱਚ ਰੱਖੀ ਗਈ ਹੈ? ਤਾਂ ਰੱਖੀ ਗਈ ਹੈ 10%, ਠੀਕ ਹੈ ਜੀ। ਤਾਂ ਇਹ ਬਹੁਤ ਇੰਪੋਰਟੈਂਟ ਤੁਹਾਡੇ ਲਈ ਬਣ ਜਾਂਦਾ। ਅੱਜ ਦੇ ਸੈਸ਼ਨ ਦਾ ਜਿਹੜਾ ਆਪਣਾ ਲਾਸਟ ਫੈਕਟ ਹੈ ਉਹ ਹੈ ਥਾਨ ਥਾਈ ਇਜ਼ ਦੀ ਨਿਊ ਵਾਈਲਡ ਲਾਈਫ ਸੈਂਚੁਰੀ। ਤਾਂ ਇੱਕ ਥਾਨ ਥਾਈ ਨਾਂ ਦੀ ਵਾਈਲਡ ਲਾਈਫ ਸੈਂਚੁਰੀ ਸਾਹਮਣੇ ਆਈ ਹੈ 2023 ਦਾ। ਇਹ ਸਵਾਲ ਤੁਹਾਡਾ ਬਹੁਤ ਇੰਪੋਰਟੈਂਟ ਤੁਹਾਡੇ ਲਈ ਬਣ ਜਾਂਦਾ। ਤਾਂ ਇਹ ਵਾਈਲਡ ਲਾਈਫ ਸੈਂਚੁਰੀ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਕਿੱਥੇ ਹੈ? ਤਾਂ ਇਹ ਆਪਣੇ ਤਾਮਿਲਨਾਡੂ ਦੇ ਵਿੱਚ, ਠੀਕ ਹੈ ਜੀ। ਤਾਮਿਲਨਾਡੂ ਦੇ ਵਿੱਚ ਇਹ ਵਾਈਲਡ ਲਾਈਫ ਸੈਂਚੁਰੀ ਮਤਲਬ ਸਥਿਤ ਹੈ, ਠੀਕ ਹੈ ਜੀ। ਇਹ ਤੁਹਾਨੂੰ ਪੁੱਛਿਆ ਜਾਊਗਾ। ਤਾਂ ਇਹ ਬਹੁਤ ਇੰਪੋਰਟੈਂਟ ਫੈਕਟ, ਇੱਕ ਇੱਕ ਫੈਕਟ ਤੁਹਾਡੇ ਲਈ ਇਹ ਬਹੁਤ ਇੰਪੋਰਟੈਂਟ ਹੈ। ਤਾਂ ਸਾਰੇ ਫੈਕਟ ਤੁਸੀਂ ਇਹ ਨੋਟ ਕਰ ਲਿਓ, ਕਾਪੀ ਪੈਨ ਆਪਣਾ ਨਾਲ ਰੱਖਿਆ ਕਰੋ, ਨੋਟਸ ਆਪਣੇ ਖੁਦ ਬਣਾਓ, ਠੀਕ ਹੈ ਜੀ। ਤਾਂ ਅੱਜ ਦਾ ਜਿਹੜਾ ਆਪਣਾ ਸੈਸ਼ਨ ਇਹਦਾ ਆਪਾਂ ਇੱਥੇ ਐਂਡ ਕਰਦੇ ਹਾਂ। ਜੇਕਰ ਵੀਡੀਓ ਤੁਹਾਨੂੰ ਚੰਗੇ ਲੱਗਦੇ ਇਹਨਾਂ ਨੂੰ ਲਾਈਕ ਕਰ ਦਿਆ ਕਰੋ, ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ, ਠੀਕ ਹੈ ਜੀ। ਬੈਕ ਟੂ ਬੈਕ ਆਪਣੇ ਸੋਮਵਾਰ ਤੋਂ ਸ਼ੁੱਕਰਵਾਰ ਸੁਬਾਹ 9 ਵਜੇ ਕਰੰਟ ਅਫੇਅਰਸ ਦੇ ਸੈਸ਼ਨ ਆਉਂਦੇ ਰਹਿਣਗੇ। ਇਹਨਾਂ ਨੂੰ ਅਟੈਂਡ ਕਰਦੇ ਰਹਿਓ ਕਿਉਂਕਿ ਆਉਣ ਵਾਲੇ ਜਿੰਨੇ ਵੀ ਐਗਜ਼ਾਮ ਹੈ ਉਹਨਾਂ ਦੇ ਵਿੱਚ ਤੁਸੀਂ ਆਪਣੇ ਸੈਸ਼ਨਸ ਦੇ ਵਿੱਚੋਂ ਕੁਐਸਚਨ ਦੇਖੋਗੇ ਆਉਂਦੇ ਹੋਏ, ਠੀਕ ਹੈ ਜੀ। ਤਾਂ ਇਹ ਸਾਰੇ ਜਿੰਨੇ ਵੀ ਪੰਜਾਬ ਲੈਵਲ, ਇੰਡੀਆ ਲੈਵਲ ਦੇ ਜਿੰਨੇ ਵੀ ਐਗਜ਼ਾਮ ਤੁਹਾਡੇ ਹੈਗੇ ਨੇ, ਸਭ ਲਈ ਇਹ ਜਿਹੜੇ ਕਰੰਟ ਅਫੇਅਰ ਹੈ ਬਹੁਤ ਇੰਪੋਰਟੈਂਟ ਨੇ, ਠੀਕ ਹੈ ਜੀ। ਤਾਂ ਜੁੜੇ ਰਹੋ ਆਪਣੇ ਚੈਨਲ ਦੇ ਨਾਲ। ਤਾਂ ਕਲਾਸਿਸ ਦਾ ਟਾਈਮਿੰਗ ਤੁਹਾਨੂੰ ਪਤਾ ਹੀ ਹੈ ਕਿ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ, ਠੀਕ ਹੈ ਜੀ। ਸੋਮਵਾਰ ਅਤੇ ਬੁੱਧਵਾਰ ਨੂੰ ਆਪਣੀ SST ਮਾਸਟਰ ਕਿੱਟ ਦੀ ਕਲਾਸ ਦੁਪਹਿਰੇ 2 ਵਜੇ ਅਪਲੋਡ ਹੁੰਦੀ ਹੈ ਅਤੇ ਸ਼ੁੱਕਰਵਾਰ ਨੂੰ ਆਪਣੀ ਲੂਸੈਂਟ GK ਦੀ। ਤਾਂ ਇਹ ਸਾਰੇ ਸੈਸ਼ਨ ਤੁਸੀਂ ਅਟੈਂਡ ਕਰਿਓ, ਤੁਹਾਨੂੰ ਆਉਣ ਵਾਲੇ ਪੇਪਰਾਂ ਦੇ ਵਿੱਚ ਬਹੁਤ ਫਾਇਦਾ ਦੇਣਗੇ, ਠੀਕ ਹੈ ਜੀ। ਤਾਂ ਅੱਜ ਦੀ ਕਲਾਸ ਦਾ ਆਪਾਂ ਇੱਥੇ ਐਂਡ ਕਰਦੇ ਹਾਂ। ਅੱਜ ਦੀ ਕਲਾਸ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।